इसलिए साडे अंदर अच्छाई होएगी, साडे अंदर नेकी होएगी, नेक भावना होएगी, तो फिर परमात्मा या ओदी रहमत खुद चल के साडे तक आ जाती है। अज बंदा नेकी करता नहीं और बाहरों दिखावे बहुत करता है, बंदा बाहरों दिखावे बहुत करता है। मैं इन्ने टाइम आ पाठ करदा, मैं इन्ने टाइम पूजा करदा, मैं इन्ने टाइम नमाज पढ़दा हाँ, मैं ये करदा, मैं वो करदा, बाहरों मैं सारे पहरावे जो भी है सब कुछ कर रहे हो, बाहर को जो मर्जी करी जाओ, जब तक अंदर साफ नहीं होएगा, जब तक अंदर नेकी की भावना नहीं होएगी, उदों तक रब नूं तुहाडे दिखावे नाल कोई मतलब नहीं कि बाहरों तुसीं की कर रहे हो। तुहाडे अंदर प्यार होना चाहिए है, विश्वास होना चाहिए है, तुहाडे अंदर यकीन होना चाहिए है। जिदा रविया ने कहा ना, वो रब का दरवाजा बंद नहीं हुंदा, ਉਹਦੀ ਰਹਿਮਤ ਦਾ ਦਰਵਾਜ਼ਾ ਤਾਂ 24 ਘੰਟੇ ਖੁੱਲਾ ਹੈ। ਬਸ ਇਨਸਾਨ ਦਾ ਹੀ ਪ੍ਰੇਮ ਔਰ ਵਿਸ਼ਵਾਸ ਦਾ ਦਰਵਾਜ਼ਾ ਬੰਦ ਹੁੰਦਾ ਹੈ। ਇਸ ਕਰਕੇ ਇਨਸਾਨ ਉਹਦੀਆਂ ਰਹਿਮਤਾਂ ਨੂੰ ਦੇਖ ਨਹੀਂ ਪਾਉਂਦਾ। ਸਮਝ ਰਹੇ ਹੋ ਕਿ ਨਹੀਂ? ਹੁਣ ਸਮਝ ਲਓ ਇਹ ਦੋ ਅੱਖਾਂ ਹੈ, ਇੱਕ ਪ੍ਰੇਮ ਦੀ ਅੱਖ ਹੈ, ਇੱਕ ਵਿਸ਼ਵਾਸ ਦੀ ਅੱਖ ਹੈ। ਹੁਣ ਜੇ ਬੰਦ ਹੋ ਜਾਏਗੀ ਅੱਖ ਤਾਂ ਸਭ ਕੁਝ ਹਨੇਰਾ ਹੀ ਹਨੇਰਾ ਹੋਏਗਾ, ਨਜ਼ਰ ਆਏਗਾ ਕੁਛ, ਤਾਂ ਜਿੱਦਾਂ ਹੀ ਅੱਖ ਖੁੱਲੇਗੀ ਤਾਂ ਸਭ ਕੁਝ ਹੈ। ਇਸੇ ਤਰ੍ਹਾਂ ਰੱਬ ਦੀ ਰਹਿਮਤ ਵੀ ਹਰ ਜਗ੍ਹਾ ਹੈ, बस प्रेम और विश्वास की अख खोलने की जरूरत है। जो प्रेम और विश्वास की अख खुलेगी तो हर जगह ही वो है। तो जे साडे अंदर प्रेम ही नहीं, विश्वास ही नहीं, यकीन नहीं अपने मालिक ते, तो फिर तो वही गल होनी कित्थे है रब, मैंने तो दीदा ही नहीं। बोलो समझते हो कि नहीं? जब बंदा कहता कदों उहदी रहमत होएगी, कदों उहदी रहमत का दरवाजा खुलेगा। ਜਿਹੜੇ विश्वास करने वाले है ना, यकीन करने वाले, ये नहीं पूछते कदों होएगा, वो कहते मैं बेनती की है, मैनूं यकीन है जरूर होएगा, जरूर होएगा, क्योंकि ਉਹਦੀ ਰਹਿਮਤ ने कदों मौज में आ जाना है, ਇਹਦਾ ਬੰਦੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹਦੀ ਰਹਿਮਤ ਕਦੋਂ ਆਪਣੇ ਮौज ਦੇ ਘਰ ਵਿੱਚ ਆ ਜਾਂਦੀ ਹੈ। ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਾਂਗੇ, ਇਹਨੂੰ ਸਮਝ ਲੈਣਾ ਤੁਸੀਂ। ਕਿਹਾ ਜਾਂਦਾ ਕਿ ਇੱਕ ਵਾਰ ਦੇਵਦੂਤ, ਕਿ ਇੱਕ ਦੇਵਦੂਤ ਕਹਿ ਲਓ, ਫਰਿਸ਼ਤਾ ਕਹਿ ਲਓ, ਧਰਤੀ ਤੇ ਘੁੰਮ ਰਿਹਾ ਸੀ। ਤਾਂ ਉਹਨੇ ਕੀ ਦੇਖਿਆ ਕਿ ਇੱਕ ਸੰਨਿਆਸੀ ਜਿਹਦੀ ਉਮਰ ਕੋਈ 100 ਸਾਲ ਦੇ ਕਰੀਬ ਹੈ, ਦਾੜੀ ਚਿੱਟੀ, ਸਿਰ ਦੇ ਵਾਲ ਚਿੱਟੇ, ਉਹ ਬੈਠਾ ਹੋਇਆ ਹੈ ਸਮਾਧੀ ਦੇ ਵਿੱਚ। ਤਾਂ ਦੇਵਦੂਤ ਉਹਦੇ ਕੋਲ ਪਹੁੰਚਾ। ਦੇਵਦੂਤ ਨੇ ਉਸ ਨੂੰ ਪੁੱਛਿਆ ਜਾ ਕੇ ਕਿ ਐ ਸੰਨਿਆਸੀ, ਤੂੰ ਸਮਾਧੀ 'ਚ ਬੈਠਾ ਹੈ, ਧਿਆਨ ਤੇ ਬੈਠਾ ਹੈ, ਮੈਂ ਰੱਬ ਦੇ ਘਰ ਦਾ ਦੂਤ ਹਾਂ, ਤੈਨੂੰ ਧਿਆਨ ਤੇ ਬੈਠਾ ਦੇਖ ਕੇ ਦਿਲ ਬੜਾ ਖੁਸ਼ ਹੋਇਆ। ਤਾਂ ਮੈਂ ਇਹ ਚਾਹੁੰਦਾ ਹਾਂ ਕਿ ਜੇ ਤੇਰੇ ਦਿਲ 'ਚ ਕੋਈ ਗੱਲ ਹੋਵੇ ਤਾਂ ਮੈਨੂੰ ਦੱਸ ਦੇ, ਮੈਂ ਜਾ ਕੇ ਰੱਬ ਤੱਕ ਤੇਰਾ ਸੁਨੇਹਾ ਪਹੁੰਚਾ ਦੇਵਾਂ, ਔਰ ਫਿਰ ਰੱਬ ਉਹਦਾ ਕੀ ਜਵਾਬ ਦਿੰਦਾ ਉਹ ਤੈਨੂੰ ਦੱਸ ਦੇਵਾਂ। ਮੈਂ ਜਰਾ ਸਮਝਣਾ। ਤਾਂ ਉਸ ਵੇਲੇ ਉਹ ਸੰਨਿਆਸੀ ਨੇ ਕਿਹਾ ਕਿ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਹੈ ਕਿ ਮੈਂ ਪਿਛਲੇ 70 ਸਾਲ ਤੋਂ ਰੱਬ ਦੀ ਬੰਦਗੀ ਕਰ ਰਿਹਾ, ਧਿਆਨ ਕਰ ਰਿਹਾ, ਪਰ ਹਾਲੇ ਤੱਕ ਰੱਬ ਦੀ ਝਲਕ ਨਹੀਂ ਮਿਲੀ। ਜਰਾ ਰੱਬ ਨੂੰ ਪੁੱਛ ਕੇ ਆਈ ਹੋਰ ਕਿੰਨਾ ਸਮਾਂ ਲੱਗੇਗਾ, ਕਿੰਨਾ ਸਮਾਂ ਲੱਗੇਗਾ। ਤਾਂ ਉਸ ਵੇਲੇ ਉਹਨੇ ਦੇਵਦੂਤ ਨੇ ਕਿਹਾ ਠੀਕ ਹੈ ਜ਼ਰੂਰ, ਮੈਂ ਰੱਬ ਨੂੰ ਪੁੱਛ ਕੇ ਹੁਣੇ ਹੀ ਆਉਂਦਾ ਹੈ, ਤੈਨੂੰ ਦੱਸ ਦਿੰਦਾ ਹੈ। ਹੁਣ ਕਹਿ ਕੇ ਦੇਵਦੂਤ ਚਲਿਆ। ਤਾਂ ਉੱਥੋਂ ਥੋੜ੍ਹੀ ਦੂਰ ਇੱਕ ਨੌਜਵਾਨ ਸੰਨਿਆਸੀ ਵੀ ਬੈਠਾ ਹੋਇਆ ਸੀ, ਨੌਜਵਾਨ ਸੰਨਿਆਸੀ ਜਿਹਦੀ ਉਮਰ ਕੋਈ 35-40 ਸਾਲ ਦੀ। ਤਾਂ ਦੇਵਦੂਤ ਨੇ ਸੋਚਿਆ ਕਿ ਉਸ ਬਿਰਧ ਇਨਸਾਨ ਦਾ ਸੁਨੇਹਾ ਤਾਂ ਲੈ ਕੇ ਜਾਣਾ ਹੀ ਹੈ, ਸੰਨਿਆਸੀ ਦਾ, ਇਹਨੂੰ ਵੀ ਪੁੱਛ ਲਵਾਂ, ਕੋਈ ਇਹਦੇ ਮਨ ਦੀ ਵੀ ਗੱਲ ਹੈ। ਹੁਣ ਜਾਣਾ ਤਾਂ ਹੈਗਾ ਹੀ ਹੈ, ਜਾਣਾ ਤਾਂ ਇੱਕੋ ਹੀ ਜਗ੍ਹਾ ਹੈ, ਦੋਨਾਂ ਦਾ ਸੁਨੇਹਾ ਲੈ ਜਾਂਦੇ ਆ, ਫਿਰ ਜੋ ਰੱਬ ਕਹੇਗਾ ਦੱਸ ਦੇਵਾਂਗੇ। ਇਸ ਨੌਜਵਾਨ ਨੂੰ ਵੀ ਪੁੱਛਿਆ। ਜਦੋਂ ਪੁੱਛਿਆ ਤਾਂ ਨੌਜਵਾਨ ਪਹਿਲਾਂ ਬੜਾ ਮੁਸਕਰਾਇਆ, ਹੱਸਿਆ। ਉਹ ਕਹਿੰਦਾ ਵੀ ਤੂੰ ਹੱਸ ਰਿਹਾ, ਮੈਂ ਤੈਨੂੰ ਪੁੱਛ ਰਿਹਾ, ਕੋਈ ਤੇਰੇ ਮਨ 'ਚ ਗੱਲ ਹੋਵੇ ਤਾਂ ਦੱਸ ਦੇ। ਤਾਂ ਉਸਲੇ ਨੌਜਵਾਨ ਨੇ ਕਿਹਾ ਵੈਸੇ ਤਾਂ ਉਹ ਤੋਂ ਕੀ ਪੁੱਛਣਾ, ਉਹ ਸਭ ਜਾਣਦਾ ਹੀ ਹੈ, ਪਰ ਫਿਰ ਵੀ ਜੇ ਤੂੰ ਇਹ ਦੇਵਦੂਤ ਮੈਨੂੰ ਪੁੱਛ ਰਿਹਾ ਤਾਂ ਬਸ ਇਹ ਪੁੱਛ ਲਈ ਕਿ ਰੱਬਾ ਕਦੋਂ ਮੁਲਾਕਾਤ ਹੋਏਗੀ, ਮੈਂ ਤੈਨੂੰ ਬਹੁਤ ਪ੍ਰੇਮ ਕਰਦਾ ਹਾਂ, ਤੈਨੂੰ ਬਹੁਤ ਇਸ਼ਕ ਕਰਦਾ ਹਾਂ, ਬਸ ਇਹ ਦੱਸ ਦੇ ਮੁਲਾਕਾਤ ਕਦੋਂ ਹੋਏਗੀ, ਮੈਂ ਇੰਤਜ਼ਾਰ ਕਰ ਰਿਹਾ ਹਾਂ। ਸੰਨਿਆਸੀ ਨੇ ਵੀ ਇਹੀ ਪੁੱਛਿਆ ਕਿ ਮੈਂ ਇੰਨੇ ਸਾਲ ਤੋਂ ਭਗਤੀ ਕਰ ਰਿਹਾ, ਕਦੋਂ ਉਹ ਮਿਲੇਗਾ। ਤਾਂ ਇਹਨਾਂ ਵੀ ਇਹੀ ਪੁੱਛਿਆ ਕਿ ਮੁਲਾਕਾਤ ਕਦੋਂ ਹੋਏਗੀ। ਹੁਣ ਦੇਵਦੂਤ ਈਸ਼ਵਰ ਕੋਲ ਗਿਆ, ਭਗਵਾਨ ਦੇ ਕੋਲ ਗਿਆ, ਔਰ ਜਾ ਕੇ ਪਹਿਲਾਂ ਬੁੜੇ ਸੰਨਿਆਸੀ ਬਾਰੇ ਪੁੱਛਿਆ ਕਿ ਮਹਾਰਾਜ ਉਹ 70 ਸਾਲ ਤੋਂ ਤੇਰੀ ਭਗਤੀ ਕਰ ਰਿਹਾ ਹੈ, ਇਹ ਪਰਮਾਤਮਾ ਹੈ ਪ੍ਰਭੂ, ਕਦੋਂ ਉਹਨੂੰ ਮਿਲੇਗਾ। ਤਾਂ ਪਰਮਾਤਮਾ ਨੇ ਕਿਹਾ ਕਿ ਉਹਨੂੰ ਕਹਿ ਦੇ ਹਾਲੇ ਉਹਨੂੰ 30 ਸਾਲ ਹੋਰ ਭਗਤੀ ਕਰਨੀ ਪੈਣੀ ਹੈ। ਕਿੰਨੀ ਕਰਨੀ ਪੈਣੀ ਹੈ? 30 ਸਾਲ ਹੋਰ ਭਗਤੀ ਕਰਨੀ ਪੈਣੀ ਹੈ, ਫਿਰ ਮਿਲੂੰਗਾ। ਤਾਂ ਜੀ ਉਹ ਨੌਜਵਾਨ ਸੰਨਿਆਸੀ ਨੂੰ ਕਦੋਂ ਮਿਲੂਗੇ? ਤਾਂ ਨੌਜਵਾਨ ਸੰਨਿਆਸੀ ਨੂੰ ਕਹਿ ਦੇ ਕਿ ਜਿਸ ਪੇੜ ਦੇ ਥੱਲੇ ਉਹ ਬੈਠਾ ਹੈ ਨਾ, ਉਸ ਪੇੜ ਦੇ ਜਿੰਨੇ ਪੱਤੇ ਹੈ ਉਨੇ ਸਾਲ ਉਹਨੂੰ ਭਗਤੀ ਕਰਨੀ ਪੈਣੀ ਹੈ, ਫਿਰ
ਮੇਰਾ ਦਰਸ਼ਨ ਉਹਨੂੰ ਹੋਏਗਾ, ਫਿਰ ਮੇਰੀ ਮੁਲਾਕਾਤ ਉਹਨਾਂ ਹੋਏਗੀ। ਹੁਣ ਪੇੜ ਦੇ ਉੱਪਰ ਹਜ਼ਾਰਾਂ ਹੀ ਪੱਤੇ ਹੁੰਦੇ ਆ। ਇਸ ਲਈ ਹੁਣ ਕਹਿੰਦੇ ਦੇਵਦੂਤ ਵਾਪਸ ਆਇਆ। ਜਦੋਂ ਵਾਪਸ ਆਇਆ ਤਾਂ ਆ ਕੇ ਪਹਿਲਾਂ ਬਿਰਧ ਸੰਨਿਆਸੀ ਨੂੰ ਦੱਸਿਆ। ਜਦੋਂ ਬਿਰਧ ਸੰਨਿਆਸੀ ਨੂੰ ਦੱਸਿਆ ਕਿ ਹਾਲੇ 30 ਸਾਲ ਹੋਰ, ਤਾਂ ਬਿਰਧ ਸੰਨਿਆਸੀ ਨੂੰ ਗੁੱਸਾ ਆ ਗਿਆ ਕਿ 70 ਸਾਲ ਹੋ ਗਏ ਕਰਦਿਆਂ ਨੂੰ, ਹੁਣ 30 ਸਾਲ ਹੋਰ। ਪਹਿਲੀ ਬੜੀ ਮੁਸ਼ਕਿਲ 70 ਸਾਲ ਕੱਟੇ ਆ ਲੈ ਮਾਰਾ, ਮੈਂ ਤੋਂ ਨਹੀਂ ਹੁੰਦੀ। ਜਦੋਂ ਬੰਦੇ ਨੂੰ ਹੋਏ ਨਾ 30 ਸਾਲ ਹਾਲੇ, ਪਹਿਲੇ 70 ਸਾਲ ਤੋਂ ਸਭ ਕੁਝ ਤਿਆਗ ਕੇ ਬੈਠਾ, ਗੁੱਸਾ ਆ ਗਿਆ ਉਹਨੂੰ। ਉਹ ਦੇਵਦੂਤ ਵੀ ਡਰ ਗਿਆ, ਕਹਿੰਦਾ ਹੈ ਇੰਨਾ ਗੁੱਸਾ? ਲੱਗਦਾ 70 ਸਾਲ ਭਗਤੀ ਕੀਤੀ ਪਰ ਅੰਦਰੋਂ ਗੁੱਸਾ ਨਹੀਂ ਮਿਟਿਆ, ਇਸੇ ਲਈ ਤਾਂ ਹਾਲੇ ਤੱਕ ਰੱਬ ਨਹੀਂ ਮਿਲਿਆ। ਕਿਉਂਕਿ ਬਾਹਰੋਂ ਸਰੀਰ 70 ਸਾਲ ਕੀ ਕਰ ਰਿਹਾ ਹੈ, ਜੇ ਅੰਦਰ ਗੁੱਸਾ ਹੀ, ਅੰਦਰੋਂ ਆਪਣੀਆਂ ਕਮੀਆਂ ਹੀ ਦੂਰ ਨਾ ਹੋਈਆਂ, ਬਰਤਨ ਹੀ ਅੰਦਰੋਂ ਸਾਫ਼ ਨਾ ਹੋਇਆ, ਹਾਲੇ ਵੀ ਅੰਦਰ ਗੁੱਸਾ ਹੈ, ਕ੍ਰੋਧ ਹੈ, ਤੇ ਇਹਦਾ ਮਤਲਬ 70 ਸਾਲ ਤੇਰੇ ਵਿਅਰਥ ਚਲੇ ਗਏ। ਕਿਉਂਕਿ ਇੱਕ ਸਾਲ ਹੀ ਕਰ ਲੈਂਦਾ ਪਰ ਅੰਦਰ ਤੇਰਾ ਨਿਰਮਲ ਹੋ ਜਾਂਦਾ, ਅੰਦਰ ਤੇਰਾ ਸਾਫ਼ ਹੋ ਜਾਂਦਾ, ਕ੍ਰੋਧ ਮਿਟ ਜਾਂਦਾ, ਬੁਰਾਈ ਮਿਟ ਜਾਂਦੀ, ਤਾਂ ਸ਼ਾਇਦ 70 ਸਾਲ ਕਰਨ ਦੀ ਲੋੜ ਹੀ ਨਾ ਹੁੰਦੀ, ਇੱਕ ਸਾਲ 'ਚ ਹੀ ਰੱਬ ਮਿਲ ਜਾਂਦਾ। ਜੋ ਗੱਲ ਤਾਂ ਅੰਦਰ ਦੀ ਸਫਾਈ ਦੀ ਹੈ। ਪਰ ਹੁਣ ਕੀ ਕੀਤਾ ਜਾਵੇ? ਜੋ ਰੱਬ ਦਾ ਸੰਦੇਸ਼ ਸੀ ਦੇ ਦਿੱਤਾ। ਉਸ ਸੰਨਿਆਸੀ ਨੂੰ ਤਾਂ ਬੜਾ ਗੁੱਸਾ ਚੜਿਆ, ਉੱਠ ਕੇ ਤੁਰ ਪਿਆ ਉਹ। ਹੁਣ ਦੇਵਦੂਤ ਥੋੜਾ ਡਰਿਆ ਕਿ ਸੰਨਿਆਸੀ ਨੂੰ ਹਾਲੇ 30 ਸਾਲ ਕਿਹਾ ਤੇ ਇੰਨਾ ਗੁੱਸਾ, ਤਾਂ ਉਹਨੂੰ ਜਦੋਂ ਕਹੂੰਗਾ ਜਾ ਕੇ ਜਿਸ ਪੇੜ ਥੱਲੇ ਤੂੰ ਬੈਠਾ ਹੈ, ਲੱਖਾਂ ਹੀ ਪੱਤੇ ਆ ਉਹਦੇ, ਤਾਂ ਉਹਨੂੰ ਪਤਾ ਨਹੀਂ ਕਿੰਨਾ ਗੁੱਸਾ ਚੜਨਾ ਹੈ ਵੀ ਨੌਜਵਾਨ। ਹੁਣ ਕਹਿੰਦੇ ਇਹ ਦੇਵਦੂਤ ਉਸ ਨੌਜਵਾਨ ਦੇ ਕੋਲ ਵੀ ਗਿਆ, ਉਹ ਫਿਰ ਮਸਤੀ 'ਚ ਬੈਠਾ ਹੈ, ਮੁਸਕਰਾ ਰਿਹਾ ਹੈ। ਤਾਂ ਦੇਵਦੂਤ ਨੂੰ ਦੇਖ ਕੇ ਉੱਠ ਕੇ ਖੜ ਗਿਆ ਔਰ ਪੁੱਛਿਆ ਕਿ ਮੇਰੇ ਭਗਵਾਨ ਨੇ, ਮੇਰੇ ਪ੍ਰਭੂ ਨੇ ਕੀ ਜਵਾਬ ਦਿੱਤਾ? ਤਾਂ ਉਸਲੇ ਦੇਵਦੂਤ ਨੇ ਕਿਹਾ ਥੋੜੀ ਹਿੰਮਤ ਰੱਖੀ, ਧੀਰਜ ਰੱਖੀ, ਮੈਂ ਜੋ ਦੱਸਣ ਲੱਗਾ ਗੱਲ ਬੜੀ ਸਖਤ ਹੈ। ਉਹ ਕਹਿੰਦੇ ਦੱਸ ਤਾਂ ਸਹੀ ਕੀ ਕਿਹਾ ਮੇਰੇ ਰੱਬ ਨੇ? ਉਹ ਕਹਿੰਦੇ ਰੱਬ ਨੇ ਕਿਹਾ ਕਿ ਤੂੰ ਜਿਸ ਪੇੜ ਥੱਲੇ ਬੈਠਾ ਹੈ ਨਾ, ਇਹਦੇ ਜਿੰਨੇ ਪੱਤੇ ਉਨੇ ਸਾਲ ਤੈਨੂੰ ਭਗਤੀ ਕਰਨੀ ਪਏਗੀ, ਫਿਰ ਜਾ ਕੇ ਮੇਰੀ ਮੁਲਾਕਾਤ ਹੋਣੀ ਹੈ। ਕਹਿੰਦੇ ਜਦੋਂ ਇੰਨੀ ਗੱਲ ਕਹੀ ਤਾਂ ਉਹ ਨੌਜਵਾਨ ਸੰਨਿਆਸੀ ਨੱਚਣ ਲੱਗ ਗਿਆ, ਭੰਗੜਾ ਪਾਉਣ ਲੱਗ ਗਿਆ। ਤਾਂ ਉਸ ਵੇਲੇ ਉਹ ਦੇਵਦੂਤ ਕਹਿੰਦਾ ਸ਼ਾਇਦ ਇਹਨੂੰ ਗਲਤ ਸੁਣ ਗਿਆ, ਸ਼ਾਇਦ ਇਹਨੂੰ ਸਹੀ ਨਹੀਂ ਸੁਣਿਆ, ਨੱਚ ਕਿਉਂ ਰਿਹਾ ਹੈ? ਉਹਨੇ ਦੁਬਾਰਾ ਉਹਨੂੰ ਨੌਜਵਾਨ ਨੂੰ ਕਿਹਾ, ਸੰਨਿਆਸੀ ਨੂੰ, ਭਾਈ ਰੁਕ, ਸ਼ਾਇਦ ਤੈਨੂੰ ਦਾਣਾ ਸੁਣਿਆ ਨਹੀਂ, ਤੂੰ ਜਿਸ ਪੇੜ ਥੱਲੇ ਬੈਠਾ ਹੈ, ਜਿੰਨੇ ਇਹਦੇ ਪੱਤੇ ਹੈ, ਇੰਨੇ ਸਾਲ ਤੈਨੂੰ ਭਗਤੀ ਕਰਨੀ ਪਏਗੀ, ਫਿਰ ਰੱਬ ਮਿਲਣਾ ਹੈ, ਔਰ ਤੂੰ ਨੱਚ ਰਿਹਾ ਹੈ। ਤਾਂ ਉਸ ਵੇਲੇ ਉਹ ਨੌਜਵਾਨ ਸੰਨਿਆਸੀ ਨੇ ਕਿਹਾ ਹੈ ਹੀ ਗੱਲ ਨੱਚਣ ਦੀ, ਹੈ ਹੀ ਗੱਲ ਖੁਸ਼ੀ ਦੀ, ਸ਼ੁਕਰ ਹੈ ਮੇਰੇ ਰੱਬ ਦਾ, ਸ਼ੁਕਰ ਹੈ, ਨਹੀਂ ਤਾਂ ਜੰਗਲ ਦੇ ਵਿੱਚ ਲੱਖਾਂ ਹੀ ਪੇੜ ਹੈ, ਕਿਤੇ ਮੇਰੇ ਰੱਬ ਨੇ ਇਹ ਨਹੀਂ ਕਹਿਤਾ ਜੰਗਲ ਦੇ ਸਾਰੇ ਪੇੜਾਂ ਦੇ ਜਿੰਨੇ ਪੱਤੇ ਹੈ ਉਨੇ ਸਾਲ ਭਗਤੀ ਕਰਨੀ ਪੈਣੀ ਹੈ, ਫਿਰ ਰੱਬ ਮਿਲਣਾ। ਉਹ ਇੰਨੀ ਜਲਦੀ, ਇੰਨੀ ਜਲਦੀ, ਐਡੀ ਵੱਡੀ ਤਾਕਤ, ਐਡੀ ਵੱਡੀ ਰਹਿਮਤ, ਜੇ ਹਜ਼ਾਰਾਂ ਸਾਲ ਵੀ ਭਗਤੀ ਕਰਕੇ ਉਹ ਰੱਬ ਮਿਲਦਾ ਹੈ ਤਾਂ ਫਿਰ ਵੀ ਇਹ ਬੜਾ ਸਸਤਾ ਹੈ, ਕਿਉਂਕਿ ਉਹ ਬਹੁਤ ਬੜਾ ਹੈ ਤਾਂ ਮੇਰੀ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ। ਕਹਿੰਦੇ ਸੰਨਿਆਸੀ ਖੁਸ਼ੀ 'ਚ ਨੱਚ ਰਿਹਾ ਹੈ, ਨੱਚ ਰਿਹਾ ਖੁਸ਼ੀ 'ਚ ਕਿ ਸ਼ੁਕਰ ਹੈ ਰੱਬਾ ਇੰਨੀ ਜਲਦੀ ਮਿਲੇਗਾ ਤੂੰ ਮੈਨੂੰ। ਜਦੋਂ ਇੰਨੀ ਗੱਲ ਕਹੀ ਤਾਂ ਨਾਲ ਹੀ ਰਹਿਮਤ ਹੋਈ, ਅੰਦਰ ਪ੍ਰਕਾਸ਼ ਹੋ ਗਿਆ, ਰੱਬ ਮਿਲ ਗਿਆ ਉਹਨੂੰ ਉਸੇ ਵੇਲੇ। ਉਹ ਦੇਵਦੂਤ ਨੇ ਉਸ ਲਈ ਕਿਹਾ ਭਗਵਾਨ ਤੂੰ ਤਾਂ ਕਹਿੰਦਾ ਸੀ ਜਿੰਨੇ ਪੇੜ ਦੇ ਪੱਤੇ ਉਨਾ ਟਾਈਮ ਲੱਗਣਾ, ਸਮਾਂ ਲੱਗਣਾ, ਤੂੰ ਤਾਂ ਹੁਣੇ ਹੀ ਮਿਲ ਗਿਆ। ਉਹ ਕਹਿੰਦਾ ਕੀ ਕਰਾਂ, ਲੱਗਣਾ ਤਾਂ ਉਨਾ ਹੀ ਸਮਾਂ ਸੀ, ਰੱਬ ਕਹਿੰਦਾ ਲੱਗਣੇ ਤਾਂ ਕਈ ਜਨਮ ਸੀ, ਪਰ ਇਹਦੀ ਆਹੀ ਅਦਾ, ਸ਼ੁਕਰ ਕਰਨ ਦੀ ਅਦਾ, ਸਬਰ ਕਰਨ ਦੀ ਅਦਾ ਮੈਨੂੰ ਇੰਨੀ ਚੰਗੀ ਲੱਗੀ ਕਿ ਮੈਂ ਹੁਣੇ ਹੀ ਆ ਗਿਆ, ਕਿਉਂਕਿ ਮੇਰੀ ਮੌਜ ਹੈ। ਕਈ ਬੰਦੇ ਕਹਿੰਦੇ ਰਹਿਮਤ ਕਦੋਂ ਹੋਏਗੀ, ਮੈਨੂੰ ਟਾਈਮ ਦੇ ਦਿਓ, 2 ਸਾਲ ਬਾਅਦ, 2 ਮਹੀਨੇ ਬਾਅਦ। ਉਹ ਸ਼ੁਕਰ ਕਰੋ, ਉੱਤੇ ਵਿਸ਼ਵਾਸ ਰੱਖੋ, ਉਹਦੀ ਰਹਿਮਤ ਦਾ ਕੋਈ ਪਤਾ ਨਹੀਂ, ਜੋ ਕਵੇ 10 ਸਾਲ ਬਾਅਦ ਹੋਣੀ ਹੈ ਤਾਂ ਤੁਹਾਡੀ ਕੋਈ ਅਦਾ ਹੀ ਐਸੀ ਹੋਵੇ, ਤੁਹਾਡਾ ਕੋਈ ਕਰਮ ਹੀ ਐਸਾ ਹੋ ਜਾਵੇ ਕਿ ਹੁਣੇ ਆ ਜਾਵੇ, ਕਿਉਂਕਿ ਇਹ ਤਾਂ ਉਹਦੀ ਮੌਜ ਹੈ ਨਾ। ਮੌਜ ਕਹਿੰਦੇ ਕਿਹਨੂੰ ਹੈ? ਜਿੱਦਾਂ ਹੁਣ ਤੁਸੀਂ ਬੈਠੇ ਹੋ, ਕੋਈ ਮੰਗਣ ਵਾਲਾ ਮੰਗਤਾ ਆ ਗਿਆ, 10 ਰੁਪਏ ਦੇ ਦੇ, ਜਾ ਨਹੀਂ ਦਿੰਦਾ ਤੈਨੂੰ, ਚੱਲ ਜਾ, ਸਮਝਦੇ ਹੋ ਕਿ ਨਹੀਂ? ਪਰ ਫਿਰ ਇੱਕ ਦਿਨ ਤੁਸੀਂ ਬੜੇ ਖੁਸ਼ ਹੋ, ਬੜੇ ਆਨੰਦ ਵਿੱਚ ਹੋ, ਉਹ ਆਂਦਾ 10 ਰੁਪਏ ਦੇ ਦੇ, ਉਹ ਯਾਰ ਆ 100 ਲੈ ਜਾ, ਕਿਉਂਕਿ ਅੱਜ ਮੈਂ ਬੜਾ ਖੁਸ਼ ਹਾਂ, ਮੌਜ ਵਿੱਚ ਹਾਂ ਮੈਂ। ਹੁੰਦਾ ਕਿ ਨਹੀਂ ਇੱਦਾਂ? ਕਦੀ 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 ਮਨ ਇੰਨਾ ਹੁੰਦਾ ਹੈ ਕਿ 1 ਰੁਪਇਆ ਦੇਣ ਨੂੰ ਦਿਲ ਨਹੀਂ ਕਰਦਾ ਕਿਸੇ ਨੂੰ, ਤਾਂ ਕਦੀ ਕਦੀ ਬੰਦਾ ਖੁਸ਼ ਹੀ ਇੰਨਾ ਹੁੰਦਾ ਅੱਜ ਯਾਰ ਤੂੰ 100 ਲੈ ਜਾ, ਕਿਉਂਕਿ ਮੌਜ ਹੈ। ਹੁਣ ਜੇ ਬੰਦਾ ਆਪਣੀ ਮੌਜ 'ਚ ਆ ਕੇ ਆਪਣੀ ਹੈਸੀਅਤ ਤੋਂ ਜ਼ਿਆਦਾ ਦੇ ਸਕਦਾ, ਤਾਂ ਜਦੋਂ ਰੱਬ ਮੌਜ 'ਚ ਆਏਗਾ ਤਾਂ ਸੋਚੋ ਕੀ ਨਹੀਂ ਕਰ ਸਕਦਾ। ਇਸ ਲਈ ਕੋਈ ਕਰਮ ਤਾਂ ਐਸਾ ਕਰੀਏ, ਕੋਈ ਕੰਮ ਤਾਂ ਐਸਾ ਕਰੀਏ ਕਿ ਰੱਬ ਤੁਹਾਡੇ ਕੰਮ ਨੂੰ ਦੇਖ ਕੇ ਕਵੇ ਕਿ ਲੈ ਮੈਂ ਖੁਸ਼ ਹੋ ਗਿਆ ਤੇਰੀ ਕਰਨੀ ਤੋਂ, ਔਰ ਜਿਹੜਾ ਕੰਮ 1000 ਸਾਲ ਬਾਅਦ ਹੋਣਾ ਸੀ, 100 ਸਾਲ ਬਾਅਦ ਹੋਣਾ ਸੀ, 10 ਸਾਲ ਬਾਅਦ ਹੋਣਾ ਸੀ, ਲੈ ਮੈਂ ਹੁਣੇ ਹੀ ਕਰ ਰਿਹਾ। ਇਹਨੂੰ ਕਹਿੰਦੇ ਰਹਿਮਤ। ਇਸ ਲਈ ਰਹਿਮਤ ਦਾ ਕੋਈ ਪਤਾ ਨਹੀਂ। ਜਬ मौज में आई बोर लहरें कतरे को समंदर कर डाला। ਉਹਦੀ ਰਹਿਮਤ ਨੇ ਕਦੋਂ ਮੌਜ ਚ ਆਉਣਾ, ਕਤਰੇ ਨੂੰ ਸਮੁੰਦਰ ਕਰ ਦੇਣਾ ਹੈ, ਇਹ ਤਾਂ ਉਹੀ ਜਾਣਦਾ ਹੈ।
गल तो प्यार दी है, गल तो विश्वास दी है। टाइम ना पूछो, ये पूछो कि मैं ऐसा की करा, मैं ऐसा की करा कि वो रब मेरे तो राजी हो जाए। वो रब की रहमत के दरवाजे तो सदा ही खुले है, बस मैं ऐसा की करा कि उन्होंने तक पहुँच सका। समझ रहे हो कि नहीं? हुण दरबार के दरवाजे तो खुले ही है, हुण जिहड़ा पहुँच गया वो रहमत लै रहा है, तो जिहड़ा घर बैठा ही सोची जाए दरवाजा बंद होना, दरवाजा बंद होना, क्योंकि अजकल दरवाजे बंद है सारे पासे। हुण घर बैठा ही सोची जाए दरवाजा बंद होना, तो वो वास्ते बंद ही है। तो जिहड़ा पहुँच गया उन्होंने पता है वो तो दरवाजे 24 घंटे खुले है, क्योंकि मालिक के घर का दरवाजा ना कभी बंद होया तो ना ही होना है। पर पता कदों लगेगा? पता उदों ही लगेगा ना जो पहुंचांगे। घर बैठे तो जो मर्जी सोची जाइए, इदा ही बंदा सोचता है पता नहीं रब कदों दरवाजा खोलेगा, पता नहीं रहमत कदों करेगा। वो दरवाजे तो सदा ही खुले है, तू तो पहुँच उत्थे तक। तू पहुँचेगा तो फिर ही पता लगेगा तेन, तू पहुँचेगा तो फिर ही पता लगेगा। और ये पहुँच विश्वास नाल हुंदी है, ये पहुँच प्रेम नाल हुंदी है। इसलिए जिन्हां दे अंदर प्रेम है, जिन्हां अंदर विश्वास है, वो मालिक के घर दीयां रहमतां पा भी लेंदे है और जीवन सफल बना भी लेंदे है। बोलो समझदे हो कि नहीं? इसलिए असीं दस रहे सी कुछ पॉइंट हुंदे है। जिस तरह एक दिन हज़रत अली बैठे सी और समझा रहे सी कि जिहड़ा मुत्तकी है ना, मुत्तकी कहंदे परहेजगार नूं, उही खुदा दीयां रहमतां नूं हासिल कर सकदा है। हुण परहेजगार किहनूं कहंदे? किसी ने पूछा हज़रत अली नूं कि महाराज तुसीं कहंदे जो परहेजगार है, मुत्तकी है, उही रब दीयां रहमतां नूं हासिल कर सकदा है। तो महाराज ये भी दस दिओ कि परहेजगार का मतलब की हुंदा है, परहेजगार कहंदे किहनूं है? तो हज़रत अली ने पुछण वाले नूं एक सवाल किया, कहंदे एक सवाल का जवाब दे कि एक रास्ता है, बड़ा छोटा रास्ता, भीड़ा रास्ता है, और उस रास्ते के दोनों पासे कंडेदार झाड़ियाँ हैं। कंडेदार झाड़ियाँ तुसीं समझदे हो, कई झाड़ियाँ ऐसियां हुंदियां है जिन्हां नूं बड़े कंडे हुंदे हैं। हुण उस रास्ते तो दी तू गुजरना है, वो कांटेदार झाड़ियाँ है दोनों तरफ, रास्ता बड़ा भीड़ा है। हुण जे तू गुजरना है तो किद्दां गुजरेगा कि वो झाड़ियाँ तेरे कपड़े नूं या तैनूं नुकसान ना पहुंचाण? किद्दां गुजरेगा? हुण तुसीं दसो किद्दां गुजरोगे? तुसीं की करना, अपने कपड़ियां नूं इदां संभाल लेना, इकट्ठे जे कर लेना, और इदां बच के निकलना है कि मैं निकल भी जावां तो कोई कंडे विच मेरा कपड़ा फसे भी ना, किसी कंडे विच मेरी कोई कपड़ा या किसी किस्म की बंदा कहता ना खरोच ना लगे, मैनू मेरे शरीर नूं कोई कंडा ना चुभ जाए। इस तरह बच के असीं निकलण की कोशिश करनी, क्योंकि पता जाना भी जरूर है, पर जे कंडे है दोनों पासे तो निकलना भी इदां है कि ना कपड़े का नुकसान होवे तो ना मेरे शरीर का नुकसान होवे। इदां ही हुंदा कि नहीं? कदी कीता पहाड़ी सफ़र कीता कि नहीं? उत्थे कई बार इदां दीयां झाड़ियाँ हुंदियां है, झाड़ बूझे हुंदे कि बंदा ऐं बच के निकलदा है। समझदे हो कि नहीं? कई बार रास्ते में ही कोई इदां होवे तो बंदा टहनी देख के ऐं सिर घुमा लैंदा या इदां नीवा हो जाता कि इहदा असर मेरे ते ना होवे, क्योंकि पता है अगर ये मेरे बज्जी या मेरे नाल टच की तो मैनूं नुकसान होना है। हुण जदों उन्हें कहा महाराज जे दोनों पासे कांटेदार झाड़ियाँ होणगियां और रास्ता तंग होएगा तो फिर मैं अपने कपड़ियां नूं समेटूंगा और अपने आप नूं उन्हां झाड़ियां तो कंडियां तो बचांदा होया वो रास्ता पार कर जाऊँ, क्योंकि जाना जरूर है तो फिर जाना तो इदां ही पैना है। हज़रत अली कहते बस परहेजगार का मतलब भी यही है कि दुनिया दे विच चलदियां होयां चारों तरफ गुनाहां दियां, पापां दियां, बुराइयां दियां बहुत कांटेदार झाड़ियां है। तो जिहड़ा परहेजगार बंदा हुंदा है वो इस संसार के सफ़र नूं इदां गुजारदा है कि अपने आप नूं उन्हां गुनाहां तो, उन्हां बुराइयां तो, माड़े कर्मां तो इदां बचा के चलदा है कि एक पाप का कंडा, ये बुराई का कंडा किते मेरे लग ना जाए। समझदे हो कि नहीं? क्योंकि बुराई का कंडा किते मेरे लग ना जाए, या ये बुराई के कंडे च ना मैं किते फस जावां। जिद्दां बंदा कहंदा ना नशा कीता सी तो नशे दे विच फस गया, आदत पै गई। कईयां नूं गाली देण दी आदत पै जांदी है तो समझ लो वो गाली च फस गए। कईयां नूं नशा करन दी और कईयां नूं झूठ बोलण दी आदत पै जांदी है, कईयां नूं बुरा कर्म करन दी आदत पै जांदी। हुण कहंदा की बंदा इनू हेराफेरी करन दी आदत है, इनू गाली देण दी आदत है, इनू झूठ बोलण दी आदत है। इहदा मतलब बुराइयां दे कंडियां विच उलझ गए, फस गए है बुराइयां दे कंडियां च और अपनी जिंदगी कंडियां च फस के बर्बाद कर रहे हैं। तो जिहड़ा परहेजगार बंदा हुंदा है वो की करदा है, उन्होंने पता है कि झूठ एक कंडा है, नशा एक कंडा है, निंदिया चुगली एक कंडा है। हुण मैं निकलना भी इस संसार के मार्ग ते है
पर मैं इदां निकलना है, ये झूठ का कंडा मेरे ना लगे, ताकि मैनू झूठ की आदत ना पवे, मैं झूठ च ना फसा, मैं निंदिया च ना फसा, मैं चुगली च ना फसा, मैं किसी बुराई च ना फसा, मैं हर बुराई तो बचदा बचदा इस जिंदगी के सफर नू गुजार देवां। और जिहड़ा हर बुराई तो बचदा चलदा है ना रब दीयां रहमतां तक, कह दे हुण पहुंचदा भी उही है। तां जे हुण उलझ गए झूठ के कंडियां च, उलझ गए हेरा फेरी के कंडियां च, उलझ गए गाली गलोच के कंडियां च, उलझ गए नफरत के कंडियां च, उलझ गए तेरी मेरी के कंडियां च, तो फिर असीं रब दे घर तक तां कदी पहुंच नहीं पावांगे, क्योंकि जिहड़ा उलझ गया वो तो उत्थे ही रह जांदा है। समझ रहे हो कि नहीं? तुसीं रस्ते च कंडियां च ही फस गए, तो हुण कंडियां जो ही रह गए, हुण मंजिल ते तां तुसीं उदों तक पहुंच ही नहीं पाओगे जब तक कंडियां चों निकलदे नहीं। कंडियां चों निकल के ही, कंडियां तो अपना दामन छुड़ा के ही, अपना कपड़ा छुड़ा के ही असीं अगे वध सकते हैं। इसी तरह ये बुराई, नफरत, ईर्खा, द्वेष, क्रोध, निंदिया, चुगली, नशे, ये जिन्नियां बुराइयां दे कंडे है, जे इहदे च उलझे रहांगे तो कदी सानू खुशियां दी मंजिल मिल ही नहीं सकती। इसलिए जिद्दां जिद्दां असीं अपने दामन नू, अपने जीवन नू इन्हां कंडियां चों छुड़ांदे चले जावांगे। बंदा कहंदा झूठ दे कंडे चों निकल गया, छड्डता झूठ, हुण निंदिया दे कंडे चों निकल गया, हुण मैं निंदिया भी छड्डी, हुण मैं बुरा बोलण दे कंडे चों निकल गया, बुरा बोलना भी छड्डिया, हुण मैं नफरत दे कंडे चों भी निकल गया, नफरत छड्डी, क्रोध के कंडे चों निकल गया, क्रोध छड्डिया। हुण जिद्दां जिद्दां एक एक कंडे चों निकलते जाओगे तुहाडा रास्ता क्लीयर होंदा जाएगा और तुसीं बहुत जल्दी फिर मंजिल तक पहुंच जाओगे। इसलिए जदों तक इंसान ने नफरत, बैर, विरोध, बुराइयां च उलझिया होया है, उदों तक रब दीयां रहमतां तक तो कदी पहुंच नहीं सकता। उदों तक वो अपने जीवन नू, अपने जन्म नू कदी सफल बना ही नहीं सकता, क्योंकि जीवन की सफलता, जीवन एक सफर किया गया है। कहते ना जिंदगी एक सफर है सुहाना, ये जिंदगी एक सफर है, पर इस सफर की सफलता मंजिल ते पहुंचण विच है, जिन्हों गुरुआं ने भी किया। जरा गौर करना, श्री गुरु रविदास जी भी यही गल समझा रहे हैं कि बहुत जन्म हो गए तेनों ये सफर करदे नूं, पर हुण कुछ ऐसा कर ला कि हुण ये सफर च ही ना निकल जावे जिंदगी, हुण तेनों मंजिल मिल जावे जे जन्म तुम्हारे लेखे। क्योंकि एक सफर की कामयाबी मंजिल है। ऐसी किहनूं कहंदे सफर पूरा हो गया, जिन्हों अपनी मंजिल मिल जाती है। तो जिहड़ा रास्ते ही उलझिया रवे, हुण एक बंदा गड्डी लैके निकलदा है, रास्ते 'ਚ झगड़ा पा के बह गया, लड़ाई पा के बह गया, उत्थे एक दूजे नाल गल घुट रहे हैं, एक दूजे नूं मार रहे हैं, तो किसी ने फोन कित्थे आ, वो यार रास्ते 'ਚ ही झगड़े 'ਚ फसिया आ। हुण वो कह सकदा कि मेरा सफर पूरा हो गया, वो कह सकदा कि मैं मंजिल ते पहुंच गया? नहीं, क्योंकि रास्ते के झगड़ियां 'ਚ ही फसिया होया है। पर जदों इदां चलेगा कि कोई झगड़ा नहीं और यात्रा करते करते खुशी के नाल मंजिल ते पहुंच जाएगा, फिर बंदा कहेगा मेरी यात्रा संपूर्ण हो गई। हुण तुसीं भी देखो, तुहाडे जीवन की यात्रा संपूर्णता की तरफ जा रही है, तुहाडे जीवन की यात्रा कंप्लीट संपूर्णता की तरफ जा रही है, या हाले तुसीं भी रास्ते 'ਚ उलझे हुए हो, नफरत विच, वैर विरोध विच, नशियां 'ਚ, बुराइयां 'ਚ। अगर इत्थे ही उलझे रहोगे तो फिर याद रखो, ये जीवन का एक एक पल बड़ा कीमती है, ये समय ने नहीं रुकना, ये टाइम ने नहीं रुकना। जिदा कोई तुहानू कह देवे, जरा गौर करना कि भाई तेरी कल तड़के 4 बजे की फ्लाइट है, टाइम ना पहुंच जाइए एयरपोर्ट पर, क्योंकि 4 बजे फ्लाइट उड़नी है। हुण तुसीं रास्ते 'ਚ ही झगड़ा पा के बह जावो, उत्थे ही गाली गलोच करी जावो, उत्थे ही झगड़ा करी जावो, तो हुण की गल? जरा सोचो, तुहाडी फ्लाइट ने रुकना थोड़ी है कि बंदा उलझिया पिया तो मैं रोक लवां, वो तो टाइम सिर उड़ ही जानी है। हुण तुहानू की चाहिदा है? भाई मेरी टाइम सिर फ्लाइट है, मैं झगड़ियां 'ਚ ना पवां, हर झगड़े तो बचदा बचदा सही सलामत अपनी फ्लाइट तक पहुंच जावां, ताकि मैं उडारी मारा। पर इत्थे बंदा की करदा, कोई माड़ा जिहा देख लवे, ਉਹਦੇ ਨਾਲ उलझ जाता, तू देख किद्दां रिहा सी मैनू, हुण भाई वो अखां बंद करके बह जावे। जरा सोचो, एवें बंदा खावां खा एक दूजे ने झगड़े मोल लै रहा है, तो जिन्होंने पता है कि मेरी फ्लाइट टाइम सिर होनी है, मैं उडारी मारनी है रब दीयां रहमतां दी, मैं उडारी मारनी है प्रभु दीयां किरपावां दी, तो वो फिर छोटे मोटे झगड़ियां 'ਚ उलझदा नहीं है। वो कहंदा कोई नहीं, उन्हें कुछ बोल दिता तां भी कोई गल नहीं। तां ही तां कहंदे कोई फकीरां नूं बुरा भी बोल दिंदा सी, फकीर कहंदे भाई रब तेरा भी भला करे, क्योंकि उलझना नहीं है, साडी मंजिल बहुत अगे है। ये उलझदे उही फिरदे जिन्हां दे सपने छोटे छोटे हुंदे, जिन्हां दी मंजिल इत्थे की हुंदी है ना, उन्हां नूं पता बस इत्थों घर, घर तो इत्थे, तो फिर रास्ते जो मर्जी करी जाओ। तो जिन्हां नूं पता मेरा मुकाम बहुत अगे, क्योंकि सितारों के आगे जहां और भी है, अभी इश्क के इम्तिहान और भी है। जिन्हां नूं पता कि सितारियां तो भी अगे मेरी मंजिल है, वो वे छोटी मोटिया चीज़ों की फिक्र नहीं करते। समझते हो कि नहीं? इसलिए जीवन को सफल बनाना है तो फिर इदां दे
ਝਾੜ ਬੂਝਿਆਂ ਵਿੱਚ ਨਾ ਉਲਝੋ, ਇਦਾਂ ਟੈਨਸ਼ਨਾਂ ਦੇ ਵਿੱਚ ਨਾ ਪਾਓ। ਸਮਝਦੇ ਹੋ ਕਿ ਨਹੀਂ? ਆਪਣੇ ਮਾਲਿਕ ਤੇ ਬੰਦਾ ਯਕੀਨ ਰੱਖੇ, ਮਾਲਿਕ ਤੇ ਬੰਦਾ ਭਰੋਸਾ ਰੱਖੇ, ਤਾਂ ਜਿੱਦਾਂ ਹਜ਼ਰਤ ਅਲੀ ਨੇ ਕਿਹਾ, ਮੁੱਤਕੀ ਪਰਹੇਜ਼ਗਾਰ ਹੀ ਰੱਬ ਦੀਆਂ ਰਹਿਮਤਾਂ ਤੱਕ ਪਹੁੰਚਦਾ ਹੈ। ਔਰ ਪਰਹੇਜ਼ਗਾਰ ਕਿਹਨੂੰ ਕਿਹਾ ਜਾਂਦਾ? ਜੋ ਹਰ ਬੁਰਾਈ ਤੋਂ ਆਪਣੇ ਆਪ ਨੂੰ ਬਚਾ ਕੇ ਚੱਲਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਬਾਹਰੋਂ ਫੋਨ ਆਣਗੇ, ਜੀ ਇੱਥੇ ਹਾਲਾਤ ਇਦਾਂ ਦੇ ਹੈ, ਚਾਰੋਂ ਪਾਸੇ ਮੀਟ ਚੱਲਦਾ ਹੈ, ਚਾਰੋਂ ਪਾਸੇ ਸ਼ਰਾਬ ਚੱਲਦੀ ਹੈ, ਚਾਰੋਂ ਪਾਸੇ ਬੁਰਾਈ ਚੱਲਦੀ ਹੈ, ਨੇਕੀ ਨਹੀਂ ਕਰ ਸਕਦੇ। ਇੱਥੇ ਜਦੋਂ ਚਾਰੋਂ ਪਾਸੇ ਬੁਰਾਈ ਹੈ ਤਾਂ ਨੇਕੀ ਕਿੱਦਾਂ ਕਰੀਏ? ਤਾਂ ਅਸੀਂ ਸੋਚੀਦਾ ਹੈ ਕਿ ਜਦੋਂ ਹਜ਼ੂਰ ਮੁਹੰਮਦ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਤਾਂ ਮੱਕੇ 'ਚ ਚਾਰੋਂ ਪਾਸੇ ਦੁਸ਼ਮਣ ਹੀ ਦੁਸ਼ਮਣ ਸੀ। ਤਾਂ ਉਸ ਲਈ ਹਜ਼ਰਤ ਅਬੂ ਬਕਰ ਨੇ ਤਾਂ ਕਿਹਾ ਨਹੀਂ ਕਿ ਚਾਰੋਂ ਪਾਸੇ ਦੁਸ਼ਮਣ ਹੀ ਦੁਸ਼ਮਣ ਹੈ, ਚਾਰੋਂ ਪਾਸੇ ਬੁਰਾਈ ਬੁਰਾਈ ਹੈ, ਮੈਂ ਨੇਕੀ ਕਿਉਂ ਕਰਾਂ, ਮੈਂ ਨੇਕੀ ਕਿੱਦਾਂ ਕਰਾਂ? ਦੁੱਖ ਚੱਲੇ, ਤਕਲੀਫ ਚੱਲੇ, ਪਰ ਫਿਰ ਵੀ ਪਤਾ ਸੀ ਮੁਰਸ਼ਦ ਦਾ ਮਾਰਗ ਛੱਡਣਾ ਨਹੀਂ ਹੈ। ਹੁਣ ਜਦੋਂ ਕਿਸੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂਆਤ ਕੀਤੀ, ਮਹਾਤਮਾ ਬੁੱਧ ਨੇ ਸ਼ੁਰੂਆਤ ਕੀਤੀ, ਕਿਸੇ ਵੀ ਸੰਤ ਫਕੀਰ ਗੁਰੂ ਰਹਿਬਰ ਨੇ ਸ਼ੁਰੂਆਤ ਕੀਤੀ, ਉਦੋਂ ਉਹਨਾਂ ਨੂੰ ਚਾਰੋਂ ਪਾਸਿਓਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਮਝਦੇ ਹੋ ਕਿ ਨਹੀਂ? ਪਰ ਫਿਰ ਵੀ ਉਹਨਾਂ ਦੇ ਪਿਆਰੇ ਕਹਿੰਦੇ ਸੀ ਬੇਸ਼ੱਕ ਚਾਰੋਂ ਪਾਸੇ ਜਿੰਨਾ ਮਰਜ਼ੀ ਵਿਰੋਧ ਹੋਵੇ, ਜਿੰਨੇ ਮਰਜ਼ੀ ਪਾਪ ਹੋਣ, ਪਰ ਜੇ ਹੁਣ ਗੁਰੂ ਨਾਲ ਜੁੜੇ ਆ ਨਾ ਤਾਂ ਐਸਾ ਬਣ ਕੇ ਦਿਖਾਣਾ ਹੈ ਕਿ ਪਾਪਾਂ ਦੇ ਚਿੱਕੜ ਭਰੇ ਤਲਾਬ ਦੇ ਵਿੱਚ ਅਸੀਂ ਕਮਲ ਬਣ ਕੇ ਨਿਕਲਣਾ ਹੈ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਜਿਹਦੇ ਅੰਦਰ ਸੱਚਾ ਪਿਆਰ ਹੋਵੇ, ਇਹ ਨਹੀਂ ਪਰਵਾਹ ਕਰਦਾ ਮੇਰੇ ਚਾਰੋਂ ਤਰਫ ਕਿੰਨੀ ਬੁਰਾਈ ਹੈ, ਮੇਰੇ ਚਾਰੋਂ ਤਰਫ ਕਿੰਨੇ ਨਸ਼ੇ ਹੈ, ਉਹ ਤਾਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਨਿਕਾਲਦਾ ਹੈ ਕਿ ਜਿਸ ਤਰ੍ਹਾਂ ਚਿੱਕੜ ਦੇ ਅੰਦਰੋਂ ਇੱਕ ਕਮਲ ਨਿਕਲਦਾ ਹੈ, ਕਿ ਰਹਿੰਦਾ ਚਿੱਕੜ 'ਚ ਹੀ ਹੈ ਪਰ ਚਿੱਕੜ ਦਾ ਕੋਈ ਵੀ ਅਸਰ ਉਸ ਤੇ ਨਹੀਂ ਹੁੰਦਾ। ਤਾਂ ਜੇ ਹੁਣ ਬੰਦਾ ਕਹੇ ਪਹਿਲਾਂ ਸਾਰੀ ਦੁਨੀਆ ਨੇਕੀ ਕਰੇ ਫਿਰ ਮੈਂ ਨੇਕੀ ਕਰਨੀ ਹੈ, ਫਿਰ ਤਾਂ ਕਦੀ ਦੁਨੀਆ ਤੇ ਨੇਕੀਆਂ ਹੋਣਗੀਆਂ ਨਹੀਂ, ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਹੈ। ਸਮਝਦੇ ਹੋ ਕਿ ਨਹੀਂ? ਅੰਦਰ ਤੜਫ ਹੋਣੀ ਚਾਹੀਦੀ ਹੈ, ਚਾਹਨਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਮਾਲਿਕ ਦੇ ਹੁਕਮ ਅੰਦਰ ਚੱਲਣਾ ਹੈ, ਮੈਂ ਪਰਹੇਜ਼ਗਾਰ ਬਣਨਾ ਹੈ, ਹਰ ਬੁਰਾਈ ਤੋਂ ਬਚ ਕੇ ਰਹਿਣਾ ਹੈ, ਹਰ ਬੁਰਾਈ ਦਾ ਤਿਆਗ ਕਰਨਾ ਹੈ। ਜੇ ਕਿਸੇ ਬੁਰਾਈ 'ਚ ਮੈਂ ਉਲਝਿਆ ਹੋਇਆ ਹਾਂ ਤਾਂ ਉਹ ਬੁਰਾਈ ਦੇ ਕੰਡੇ ਨੂੰ ਆਪਣੇ ਜੀਵਨ 'ਚੋਂ ਕੱਢਣਾ ਹੈ। ਜਿੱਦਾਂ ਦੱਸਿਆ, ਕੱਪੜਾ ਫਸ ਜਾਵੇ ਨਾ ਤਾਂ ਬੰਦਾ ਉਹਨੂੰ ਕੱਢ ਕੇ ਅੱਗੇ ਵੱਧਦਾ ਹੈ, ਜੇ ਫਸਿਆ ਹੈ ਤਾਂ ਉਦੋਂ ਤੱਕ ਬੰਦਾ ਉੱਥੇ ਹੀ ਖੜਾ ਰਹਿ ਜਾਂਦਾ ਜਦ ਤੱਕ ਉਹ ਨਿਕਲਦਾ ਨਹੀਂ ਹੈ। ਇਸੇ ਤਰ੍ਹਾਂ ਜੇ ਅਸੀਂ ਵੀ ਬੇਵਿਸ਼ਵਾਸੀ ਦੇ ਕੰਡਿਆਂ 'ਚ ਉਲਝੇ ਹਾਂ ਤਾਂ ਫਿਰ ਮਾਲਿਕ ਦੀ ਰਹਿਮਤਾਂ ਤੱਕ ਕਿੱਦਾਂ ਪਹੁੰਚਾਂਗੇ? ਜੇ ਅਸੀਂ ਵੀ ਨਫ਼ਰਤ ਦੇ ਕੰਡਿਆਂ 'ਚ ਉਲਝੀਆਂ ਤਾਂ ਉਹਦੀਆਂ ਰਹਿਮਤਾਂ ਤੱਕ ਕਿੱਦਾਂ ਪਹੁੰਚਾਂਗੇ? ਇਸ ਲਈ ਇੱਕ ਇੱਕ ਕਰਕੇ ਇਹਨਾਂ ਕੰਡਿਆਂ ਨੂੰ ਆਪਣੇ ਆਪ ਤੋਂ ਦੂਰ ਕਰੋ, ਛਡਾਓ ਆਪਣੇ ਦਾਮਨ ਨੂੰ। ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਕਿਸੇ ਨੇ ਸਾਨੂੰ ਪੁੱਛਿਆ ਕਿ ਮਾਲਕੋ ਭਵਿੱਖ ਬਦਲਿਆ ਜਾ ਸਕਦਾ ਹੈ? ਹੁਣ ਤੁਹਾਨੂੰ ਕੀ ਲੱਗਦਾ ਭਵਿੱਖ ਬਦਲਿਆ ਜਾ ਸਕਦਾ ਕਿ ਨਹੀਂ? ਜਰਾ ਹੁਣ ਗੌਰ ਕਰਨਾ, ਭਵਿੱਖ ਇਨਸਾਨ ਦੇ ਹੱਥ 'ਚ ਨਹੀਂ ਹੈ, ਇਸ ਲਈ ਬੰਦਾ ਭਵਿੱਖ ਨਾਲ ਕੁਝ ਨਹੀਂ ਕਰ ਸਕਦਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਆਉਣ ਵਾਲਾ ਕੱਲ ਬੰਦੇ ਦੇ ਹੱਥ 'ਚ ਹੈ ਨਹੀਂ, ਭਵਿੱਖ ਬੰਦੇ ਦੇ ਹੱਥ 'ਚ ਨਹੀਂ ਹੈ, ਬੰਦਾ ਕੁਝ ਨਹੀਂ ਕਰ ਸਕਦਾ, ਪਰ ਫਿਰ ਵੀ ਭਵਿੱਖ ਬਦਲਿਆ ਜਾ ਸਕਦਾ ਹੈ। ਉਹ ਕਿਸ ਤਰ੍ਹਾਂ? ਅੱਜ ਤੁਸੀਂ ਆਪਣੀ ਆਦਤ ਨੂੰ ਬਦਲ ਦਿਓ, ਅੱਜ ਤੁਹਾਡੀ ਆਦਤ ਬਦਲ ਜਾਏਗੀ ਤਾਂ ਕੱਲ ਤੁਹਾਡਾ ਭਵਿੱਖ ਆਪਣੇ ਆਪ ਹੀ ਬਦਲ ਜਾਏਗਾ, ਕਿਉਂਕਿ ਆਦਤਾਂ ਤੋਂ ਹੀ ਤੁਹਾਡਾ ਭਵਿੱਖ ਨਿਰਮਾਣ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਤੁਹਾਡੀਆਂ ਆਦਤਾਂ ਨੀਂਵ ਦਾ ਕੰਮ ਕਰਦੀਆਂ ਹੈ, ਔਰ ਜਿੱਦਾਂ ਵੀ ਤੁਸੀਂ ਨੀਂਵ ਰੱਖਣੀ ਹੈ ਨਾ, ਮਕਾਨ ਉਦਾਂ ਦਾ ਹੀ ਬਣਨਾ ਹੈ। ਜੇ ਅੱਜ ਹੀ ਨੀਂਵ ਨੂੰ ਚੇਂਜ ਕਰਦੇ ਹੋ ਤਾਂ ਮਕਾਨ ਦੀ ਤਾਮੀਰ ਵੀ ਬਦਲ ਜਾਏਗੀ, ਨਕਸ਼ਾ ਵੀ ਬਦਲ ਜਾਏਗਾ। ਸਮਝ ਰਹੇ ਹੋ ਸਾਡੀ ਗੱਲ? ਅੱਜ ਬੰਦੇ ਦੀ ਆਦਤ ਹੈ ਨਸ਼ਾ ਕਰਨ ਦੀ, ਜੂਆ ਖੇਡਣ ਦੀ, ਤਾਂ ਉਹਦਾ ਭਵਿੱਖ ਕੀ ਹੋਏਗਾ? ਸੋਚ ਕੇ ਦੇਖੋ, ਉਹਦਾ ਭਵਿੱਖ ਕੀ ਹੋਏਗਾ? ਕੱਲ ਨੂੰ ਸਭ ਕੁਝ ਗਵਾ ਕੇ ਬੈਠਾ ਹੋਏਗਾ, ਸਿਹਤ ਵੀ, ਕਾਰੋਬਾਰ ਵੀ, ਕਿਉਂਕਿ ਆਦਤ ਹੈ ਜੂਆ ਖੇਡਣ ਦੀ, ਨਸ਼ਾ ਕਰਨ ਦੀ। ਪਰ ਜੇ ਹੁਣੇ ਹੀ ਉਹ ਆਪਣੀ ਆਦਤ ਚੇਂਜ ਕਰ ਦੇਵੇ, ਮੈਂ ਨਸ਼ਾ ਛੱਡਿਆ, ਜੂਆ ਛੱਡਿਆ, ਫਿਰ ਉਹਦਾ ਭਵਿੱਖ ਕੀ ਹੋਏਗਾ? ਆਦਤ ਬਦਲਦੀ ਹੈ ਤਾਂ ਭਵਿੱਖ ਬਦਲ ਜਾਂਦਾ ਹੈ। ਅੱਜ ਬੰਦੇ ਨੂੰ ਆਦਤ ਹੈ ਤਲੀਆਂ ਚੀਜ਼ਾਂ ਖਾਣ ਦੀ, ਮੈਂ ਵੀ ਜ਼ਿਆਦਾ ਜਲੇਬੀਆਂ ਖਾ ਲਈਆਂ, ਸਮੋਸੇ ਖਾ ਲਏ, ਭਟੂਰੇ ਖਾ ਲਏ, ਛੋਲੇ ਖਾ ਲਏ, ਉਹਦਾ ਭਵਿੱਖ ਕੀ ਹੋਏਗਾ? ਸੋਚੋ, ਮੋਟਾਪਾ, ਬਿਮਾਰੀਆਂ। ਪਰ ਅੱਜ ਬੰਦਾ ਸੋਚੇ ਮੈਂ ਤਲੀਆਂ ਚੀਜ਼ਾਂ ਦਾ ਤਿਆਗ ਕਰਦਾ, ਅੱਜ ਤੋਂ ਮੈਂ ਹੈਲਦੀ ਚੀਜ਼ਾਂ ਖਾਣੀਆਂ ਹੈ, ਅੱਜ ਤੋਂ ਮੈਂ ਐਕਸਰਸਾਈਜ਼ ਕਰਨੀ ਹੈ, ਉਹਦਾ ਭਵਿੱਖ ਕੀ ਹੋਏਗਾ? ਤੰਦਰੁਸਤੀ ਭਰਿਆ ਜੀਵਨ। ਯਾਨੀ ਭਵਿੱਖ ਬਦਲ ਸਕਦਾ ਹੈ ਅਗਰ ਅੱਜ ਅਸੀਂ ਆਪਣੀਆਂ ਆਦਤਾਂ ਬਦਲ ਲਈਏ। ਸਮਝ ਆ ਰਹੀ ਹੈ ਸਾਡੀ ਗੱਲ? ਬੰਦੇ ਨੂੰ ਲੱਗਦਾ ਮੇਰਾ ਕੱਲ ਦੁੱਖ ਭਰਿਆ ਹੋਏਗਾ, ਤਾਂ ਦੁੱਖ ਭਰਿਆ ਕੱਲ ਉਹਦਾ ਹੀ ਹੋ ਸਕਦਾ ਜਿਹੜਾ ਅੱਜ ਰੱਬ ਤੇ ਵਿਸ਼ਵਾਸ ਨਹੀਂ ਕਰਦਾ, ਜਿਹੜਾ ਅੱਜ ਮਾਲਕ ਦੀਆਂ ਰਹਿਮਤਾਂ ਤੇ ਵਿਸ਼ਵਾਸ ਨਹੀਂ ਕਰਦਾ। ਜੇ ਅੱਜ ਉਹਦੇ ਜੀਵਨ 'ਚ ਦੁੱਖ ਹੈ, ਅੱਜ ਉਹਦੇ ਜੀਵਨ 'ਚ ਪਰੇਸ਼ਾਨੀ ਹੈ, ਤਾਂ ਉਹਦੀ ਆਦਤ ਪੱਕੀ ਹੋਏਗੀ ਕਿ ਉਹਨੂੰ ਰੱਬ ਤੇ ਯਕੀਨ ਘੱਟ ਹੋਏਗਾ, ਤਾਂ ਤਕਲੀਫਾਂ ਦੁੱਖਾਂ ਵੱਲ ਧਿਆਨ ਉਹਦਾ ਜ਼ਿਆਦਾ ਹੋਏਗਾ। ਤਾਂ ਅੱਜ ਹੀ ਜੇ ਆਪਣੀ ਆਦਤ ਬਦਲ ਦੇਵੇ ਕਿ ਮੈਨੂੰ ਆਪਣੇ ਮਾਲਿਕ ਤੇ ਯਕੀਨ ਹੈ, ਆਪਣੇ ਰੱਬ ਦੀ ਰਹਿਮਤ ਤੇ ਯਕੀਨ ਹੈ, ਤਾਂ ਤੁਸੀਂ ਦੇਖੋ ਜਿਹਨਾਂ ਅੱਜ ਆਪਣੇ ਅੰਦਰ ਯਕੀਨ ਦੀ ਆਦਤ ਬਣਾ ਲਈ, ਵਿਸ਼ਵਾਸ ਦੀ ਆਦਤ ਬਣਾ ਲਈ, ਆਪਣੇ ਮਾਲਿਕ ਨਾਲ ਪ੍ਰੇਮ ਕਰਨ ਦੀ ਆਦਤ ਬਣਾ ਲਈ, ਉਹਦਾ ਭਵਿੱਖ ਬਦਲ ਜਾਏਗਾ। ਸਮਝ ਰਹੇ ਹੋ ਸਾਡੀ ਗੱਲ?
ਇਸ ਲਈ ਤੁਸੀਂ ਆਪਣੇ ਭਵਿੱਖ ਨੂੰ, ਆਪਣੀ ਆਦਤ ਨੂੰ ਅੱਜ ਚੇਂਜ ਕਰਕੇ ਬਦਲ ਸਕਦੇ ਹੋ। ਜੇ ਸੋਚੋ ਗੱਲ ਸਹੀ ਹੈ ਕਿ ਨਹੀਂ, ਕਿਉਂਕਿ ਕੁਝ ਚੀਜ਼ਾਂ ਵਿਚਾਰ ਕਰਿਆ ਕਰੋ। ਅੱਜ ਤੁਸੀਂ ਜੈਸਾ ਖਾਓਗੇ ਨਾ ਵੈਸਾ ਕੱਲ ਨੂੰ ਰਿਜ਼ਲਟ ਵੀ ਮਿਲਣਾ ਸ਼ੁਰੂ ਹੋ ਜਾਣਾ। ਬੋਲੋ ਸਮਝਦੇ ਹੋ ਕਿ ਨਹੀਂ? ਦੁੱਧ ਪੀਓਗੇ ਤਾਂ ਉਦਾਂ ਦਾ ਰਿਜ਼ਲਟ ਆਣਾ ਹੈ, ਸ਼ਰਾਬ ਪੀਓਗੇ, ਭੰਗ ਅਫੀਮ ਪੀਓਗੇ ਤਾਂ ਉਦਾਂ ਦਾ ਨਸ਼ਾ, ਉਦਾਂ ਰਿਜ਼ਲਟ ਆਣਾ ਹੈ, ਜੂਸ ਪੀਓਗੇ ਉਦਾਂ ਦਾ ਰਿਜ਼ਲਟ ਆਣਾ ਹੈ। ਯਾਨੀ ਜੋ ਤੁਸੀਂ ਅੱਜ ਆਦਤ ਬਣਾ ਲੈਂਦੇ ਹੋ, ਕਈ ਕਹਿੰਦੇ ਮੈਨੂੰ ਸ਼ਰਾਬ ਪੀਣ ਦੀ ਆਦਤ ਹੈ, ਮੈਨੂੰ ਬੀੜੀ ਪੀਣ ਦੀ ਆਦਤ ਹੈ, ਸਿਗਰਟ ਪੀਣ ਦੀ ਆਦਤ ਹੈ, ਤਾਂ ਉਹਨਾਂ ਦਾ ਭਵਿੱਖ ਕੀ ਹੋਏਗਾ? ਗੁਰਦੇ ਖਰਾਬ, ਕੈਂਸਰ। ਤਾਂ ਕੋਈ ਕਹਿੰਦਾ ਹੈ ਕਿ ਮੈਨੂੰ ਐਕਸਰਸਾਈਜ਼ ਕਰਨ ਦੀ ਆਦਤ ਹੈ, ਮੈਨੂੰ ਹੈਲਦੀ ਭੋਜਨ ਕਰਨ ਦੀ ਆਦਤ ਹੈ, ਉਹਦਾ ਭਵਿੱਖ ਕੀ ਹੋਏਗਾ? ਆਉਣ ਵਾਲਾ ਸਮਾਂ ਸਿਹਤ ਭਰਿਆ ਹੋਏਗਾ, ਅੱਛਾ ਹੋਏਗਾ। ਸਮਝ ਰਹੇ ਹੋ ਸਾਡੀ ਗੱਲ? ਅਗਰ ਤੁਸੀਂ ਬੁਰਾਈ ਦੀ ਆਦਤ ਬਣਾਉਂਦੇ ਹੋ ਤਾਂ ਸਮਝ ਲਓ ਤੁਹਾਡਾ ਭਵਿੱਖ ਬੁਰਾ ਹੋਏਗਾ। ਤਾਂ ਅਗਰ ਤੁਸੀਂ ਅੱਛਾਈ ਦੀ ਆਦਤ ਬਣਾਉਂਦੇ ਹੋ ਕਿ ਅੱਜ ਮੈਂ ਸਿਮਰਨ ਕਰਦਾ ਹਾਂ, ਆਪਣੇ ਮਾਲਿਕ ਦਾ ਧਿਆਨ ਕਰਦਾ ਹਾਂ, ਆਪਣੇ ਮਾਲਿਕ ਦੀ ਬੰਦਗੀ ਕਰਦਾ ਹਾਂ, ਤਾਂ ਬੰਦਗੀ ਕਰਨ ਵਾਲੇ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣ ਵਾਲਿਆਂ ਦਾ ਭਵਿੱਖ ਖੁਸ਼ੀਆਂ ਭਰਿਆ ਹੀ ਹੋਏਗਾ। ਇਹ ਲਿਖ ਕੇ ਲੈ ਲਓ ਸਾਡੇ ਕੋਲ, ਕਿਉਂਕਿ ਅੱਜ ਤੱਕ ਇਤਿਹਾਸ ਵਿੱਚ ਅਸੀਂ ਤਾਂ ਅੱਜ ਤੱਕ ਕਿਤੇ ਪੜ੍ਹਿਆ ਨਹੀਂ। ਤੁਸੀਂ ਖੋਜ ਕਰਕੇ ਦੇਖ ਲਿਓ ਕਿ ਨਫ਼ਰਤ ਨਾਲ, ਨਿੰਦਿਆ ਨਾਲ, ਬੁਰਾਈ ਕਰਨ ਨਾਲ ਕਿਸੇ ਦੇ ਜੀਵਨ 'ਚ ਤਰੱਕੀ ਹੋਈ ਹੋਵੇ, ਖੁਸ਼ੀਆਂ ਹੋਈਆਂ ਹੋਣ, ਕਿਸੇ ਦਾ ਜੀਵਨ ਸਫਲ ਹੋਇਆ ਹੋਵੇ। ਜਿਹਨੂੰ ਵੀ ਸਫਲਤਾ ਮਿਲੀ ਹੈ, ਸ਼ਾਂਤੀ ਮਿਲੀ ਹੈ, ਖੁਸ਼ੀ ਮਿਲੀ ਹੈ ਨਾ, ਸਿਮਰਨ ਕਰਕੇ, ਧਿਆਨ ਨਾਲ ਜੁੜ ਕੇ, ਅੱਛਾਈ ਕਰਕੇ ਹੀ ਉਹਨੂੰ ਕਾਮਯਾਬੀ ਮਿਲੀ ਹੈ। ਨਹੀਂ ਤਾਂ ਜਿਨ੍ਹਾਂ ਨੇ ਬੁਰਾਈ ਕੀਤੀ, ਚਾਹੇ ਬਾਦਸ਼ਾਹ ਸੀ, ਉਹਨਾਂ ਦਾ ਅੰਤ ਹੋ ਗਿਆ। ਔਰ ਇਦਾਂ ਅੰਤ ਹੋਇਆ ਕਿ ਅੱਜ ਦੁਨੀਆ ਪੜ੍ਹਦੀ ਹੈ ਉਹਨਾਂ ਦੇ ਜੀਵਨ ਬਾਰੇ। ਤਾਂ ਜਿਨ੍ਹਾਂ ਨੇ ਸਿਮਰਨ ਕੀਤਾ, ਉਹਨਾਂ ਦਾ ਨਾਮ ਅੱਜ ਇਦਾਂ ਗੂੰਜਦਾ ਹੈ ਕਿ ਅੱਜ ਦੁਨੀਆ ਉਹਨਾਂ ਦੀ ਜੈ ਜੈਕਾਰ ਕਰਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਛੀ ਆਦਤ ਬਣਾਓ। ਅੱਛੀ ਆਦਤ, ਆਪਣੇ ਮਾਲਿਕ ਦੇ ਵਿਸ਼ਵਾਸ ਦੀ ਆਦਤ, ਆਪਣੇ ਮਾਲਿਕ ਦੀ ਬੰਦਗੀ ਦੀ ਆਦਤ, ਆਪਣੇ ਮਾਲਿਕ ਤੇ ਯਕੀਨ ਦੀ ਆਦਤ ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾ ਦੇਵੇਗੀ। ਤੁਹਾਡੇ ਜੀਵਨ 'ਚੋਂ ਸਾਰੇ ਡਰ, ਸਾਰੀਆਂ ਚਿੰਤਾਵਾਂ ਦੂਰ ਕਰ ਦੇਵੇਗੀ। ਇਹ ਯਾਦ ਰੱਖਣਾ ਤੁਸੀਂ ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ, ਯਕੀਨ ਪੈਦਾ ਕਰੋ ਔਰ ਪਰਹੇਜ਼ਗਾਰ ਬਣੋ ਤੁਸੀਂ ਵੀ। ਫਿਰ ਤੁਹਾਨੂੰ ਰੱਬ ਦੀਆਂ ਰਹਿਮਤਾਂ ਮਿਲਣਗੀਆਂ। ਪਰਹੇਜ਼ ਕਰਨਾ ਨੈਗੇਟਿਵਿਟੀ ਤੋਂ, ਕਿ ਬੁਰਾ ਨਹੀਂ ਸੋਚਣਾ। ਬੋਲੋ ਸਮਝਦੇ ਹੋ ਕਿ ਨਹੀਂ? ਬੁਰਾ ਸੋਚਣ ਦਾ ਮਤਲਬ ਹਾਏ ਮੇਰਾ ਆਹ ਬੁਰਾ ਨਾ ਹੋ ਜਾਵੇ। ਜਿੱਦਾਂ ਹੁਣ ਫਰਜ਼ ਕਰੋ ਬੰਦਾ ਬੈਠਾ ਹਾਏ ਦੁਨੀਆ ਤੇ ਕਰੋਨਾ ਨਾ ਹੋ ਜਾਵੇ, ਮੈਨੂੰ ਕਿਤੇ ਬੜਾ ਦੁਨੀਆ ਤੇ ਕਰੋਨਾ ਨਾ ਮੈਨੂੰ ਨਾ ਹੋ ਜਾਵੇ। ਨੈਗੇਟਿਵਿਟੀ ਹੈ। ਬਲਕਿ ਕੀ ਸੋਚੋ, ਉਹ ਮੇਰਾ ਮਾਲਿਕ ਮੇਰੇ ਨਾਲ ਹੈ, ਕੋਈ ਬੁਰੀ ਚੀਜ਼ ਮੇਰੇ ਲਾਗੇ। ਜਿੱਦਾਂ ਇਹ ਦੱਸੀਦਾ ਨਾ, ਆਈ ਐਮ ਸਨ ਆਫ ਦਾ ਗੋਡ, ਨੋ ਈਵਲ ਕੈਨ ਟੱਚ ਮੀ। ਮੈਂ ਈਸ਼ਵਰ ਦਾ ਬੇਟਾ ਹਾਂ, ਮੈਂ ਪਰਮਾਤਮਾ ਦਾ ਬੇਟਾ ਹਾਂ, ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ। ਕਿਹਦੇ ਬੱਚੇ ਹੋ ਤੁਸੀਂ? ਕਿਹਨਾਂ ਬਣਾਇਆ ਤੁਹਾਨੂੰ? ਰੱਬ ਦੇ ਹੋ ਕਿ ਨਹੀਂ? ਜਰਾ ਗੌਰ ਕਰੋ। ਪਰਮਾਤਮਾ ਦੇ ਬੱਚੇ ਹੋ ਤੁਸੀਂ, ਈਸ਼ਵਰ ਨੇ, ਉਸ ਮਾਲਿਕ ਨੇ ਤੁਹਾਨੂੰ ਪੈਦਾ ਕੀਤਾ ਹੈ, ਉਹਦੀ ਸ਼ਕਤੀ ਹੈ ਤੁਹਾਡੇ ਅੰਦਰ। ਤਾਂ ਜੇ ਉਹਦੀ ਸ਼ਕਤੀ ਤੁਹਾਡੇ ਅੰਦਰ ਹੈ ਤਾਂ ਫਿਰ ਕੋਈ ਬੁਰੀ ਚੀਜ਼ ਤੁਹਾਨੂੰ ਛੂ ਨਹੀਂ ਸਕਦੀ, ਅਗਰ ਤੁਹਾਨੂੰ ਆਪਣੀ ਉਹ ਤਾਕਤ ਤੇ ਆਪਣੇ ਰੱਬ ਤੇ ਵਿਸ਼ਵਾਸ ਹੈ। ਪਰ ਬੰਦਾ ਮਾੜੀਆਂ ਮਾੜੀਆਂ ਚੀਜ਼ਾਂ ਤੋਂ ਡਰ ਜਾਂਦਾ ਹੈ। ਔਰ ਅਸੀਂ ਜਿੱਦਾਂ ਪਹਿਲਾਂ ਦੱਸਿਆ, ਜਿੱਦਾਂ ਡਰ ਅੰਦਰ ਆਉਂਦਾ ਹੈ ਤਾਂ ਡਰ ਦਾ ਬੜਾ ਬੰਦਾ ਹੀ ਮਰਦਾ ਹੈ। ਇੱਥੇ ਇੱਕ ਗੱਲ ਦੱਸੀ ਦੀ ਐ, ਸੀ ਇੱਕ ਨਿਊਜ਼ਪੇਪਰ 'ਚ ਪੜ੍ਹਿਆ ਹੋਇਆ ਸੀ, ਤਕਰੀਬਨ 2.5-3 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਪੜ੍ਹ ਰਹੇ ਸੀ ਨਿਊਜ਼ਪੇਪਰ ਤੋਂ, 'ਚ ਆਇਆ ਕਿ ਇੱਕ ਆਦਮੀ ਦੀ ਸੱਪ ਨੇ ਜਾਨ ਲੈ ਲਈ। ਹੈਡਿੰਗ ਕਰਕੇ ਲਿਖਿਆ ਸੀ, ਸੱਪ ਦੇ ਕਾਰਨ ਆਦਮੀ ਦੀ ਮੌਤ। ਅਸੀਂ ਕਿਹਾ ਪੜ੍ਹ ਕੇ ਦੇਖੀਏ ਸੱਪ ਨੇ ਕਿੱਦਾਂ ਆਦਮੀ ਦੀ ਜਾਨ ਲਈ। ਤਾਂ ਕੀ ਪੜ੍ਹਿਆ ਖਬਰ ਕਿ ਬੰਦਾ ਕੁਰਸੀ ਤੇ ਬੈਠਾ ਹੋਇਆ ਸੀ, 60-65 ਸਾਲ ਦੀ ਉਹਦੀ ਉਮਰ ਸੀ ਤਕਰੀਬਨ। ਤਾਂ ਉਹਦੇ ਘਰ 'ਚ ਨਾ ਕਾਲਾ ਸੱਪ ਆ ਗਿਆ। ਜਦੋਂ ਕਾਲਾ ਸੱਪ ਆਇਆ, ਉਹਨੇ ਸਾਹਮਣੇ ਦੇਖਿਆ ਘਰ 'ਚ ਵੜਦੇ ਨੂੰ, ਤਾਂ ਸੱਪ ਨੂੰ ਦੇਖ ਕੇ ਹੀ ਉਹ ਇੰਨਾ ਡਰ ਗਿਆ, ਉਹਦਾ ਸਰੀਰ ਕੰਬਣ ਲੱਗ ਗਿਆ ਔਰ ਉਹਨੂੰ ਹਾਰਟ ਅਟੈਕ ਹੋ ਗਿਆ। ਸੱਚੀ ਗੱਲ ਦੱਸ ਰਹੀ ਹਾਂ ਤੁਹਾਨੂੰ, ਨਿਊਜ਼ਪੇਪਰ ਤੇ ਆਈ ਸੀ। ਹੁਣ ਲਿਖਿਆ ਹੋਇਆ ਕਿ ਸੱਪ ਨੇ ਬੰਦੇ ਦੀ ਜਾਨ ਲੈ ਲਈ। ਜਦੋਂ ਹੀ ਪੜ੍ਹਿਆ ਸੀਗਾ, ਕਮਾਲ ਦੀ ਗੱਲ ਹੈ, ਨਾ ਸੱਪ ਨੇ ਡੰਗ ਮਾਰਿਆ, ਨਾ ਸੱਪ ਉਹਦੇ ਸਰੀਰ ਤੇ ਚੜਿਆ, ਸੱਪ ਤਾਂ ਵਿਚਾਰਾ ਸਾਹਮਣੇ ਨਿਕਲ ਗਿਆ। ਤਾਂ ਲਿਖਿਆ ਹੈ ਕਿ ਸੱਪ ਨੇ ਜਾਨ ਲੈ ਲਈ। ਇਹਨਾਂ ਨੂੰ ਲਿਖਣਾ ਚਾਹੀਦਾ ਸੀ ਕਿ ਬੰਦੇ ਦੇ ਡਰ ਨੇ ਬੰਦੇ ਦੀ ਜਾਨ ਲੈ ਲਈ। ਸੱਪ ਨੇ ਤਾਂ ਕੀਤਾ ਹੀ ਕੁਛ ਨਹੀਂ। ਹੁਣ ਸਮਝਦੇ ਹੋ ਕਿ ਨਹੀਂ? ਹੁਣ ਤੁਹਾਡੇ ਸਾਹਮਣੇ ਦੀ ਬਿੱਲੀ ਲੰਘ ਜਾਵੇ, ਤੁਸੀਂ ਬਿੱਲੀ ਤੋਂ ਡਰਦੇ ਆ, ਇੱਥੇ ਦਿਲ ਫੜ ਕੇ ਮਰ ਜਾਵੋ ਤਾਂ ਕਹਿੰਦਾ ਬਿੱਲੀ ਨੇ ਜਾਨ ਲੈ ਲਈ। ਬਿੱਲੀ ਤਾਂ ਵਿਚਾਰੇ ਆਪਣੇ ਕੰਮ ਜਾ ਰਹੇ ਸੀ, ਮਰੇ ਤਾਂ ਤੁਸੀਂ ਆਪਣੇ ਡਰ ਨਾਲ। ਤਾਂ ਜੇ ਕੋਈ ਸਪੇਰਾ ਹੁੰਦਾ ਤਾਂ ਸਪੇਰੇ ਨੇ ਤਾਂ ਫਟਾਫਟ ਸੱਪ ਨੂੰ ਜਾ ਕੇ ਬੰਦ ਕਰਕੇ ਪਟਾਰੇ 'ਚ ਰੱਖਣਾ ਸੀ। ਲੈ ਵੀ ਮੇਰੀ ਕਮਾਈ ਹੋ ਗਈ, ਹੁਣ ਮੈਂ ਇਹਨੂੰ ਵੇਚ ਕੇ ਪੈਸੇ ਕਮਾਊਂਗਾ। ਹੁਣ ਜਿਹੜੇ ਸੱਪ ਨੂੰ ਦੇਖ ਕੇ ਬੰਦਾ ਡਰ ਕੇ ਮਰ ਗਿਆ, ਹੁਣ ਉਹ ਸੱਪ ਨੇ ਉਹਦੀ ਜਾਨ ਲਈ। ਸੱਪ ਤਾਂ ਜਾਨ ਲੈਂਦਾ ਜੇ ਸੱਪ ਨੂੰ ਡੰਗਦਾ, ਉਹਦੇ ਅੰਦਰ ਉਹਦਾ ਜ਼ਹਿਰ ਜਾਂਦਾ। ਫਿਰ ਕਹਿੰਦੇ ਕਿ ਲੈ ਵੀ ਸੱਪ ਨੇ ਡੰਗ ਮਾਰਿਆ, ਉਹਦੇ ਜ਼ਹਿਰ ਨੇ ਬੰਦੇ ਨੂੰ ਮਾਰਿਆ। ਸੱਪ ਤਾਂ ਵਿਚਾਰਾ ਆਪਣੇ ਮਸਤੀ ਤੁਰਿਆ ਹੋਇਆ ਸੀ, ਦੇਖਿਆ ਵੀ ਨਹੀਂ ਹੋਣਾ ਬੰਦੇ ਵੱਲ ਨੂੰ, ਬੰਦਾ ਦੇਖ ਕੇ ਹੀ ਮਰ ਗਿਆ। ਇਹਨੂੰ ਕਹਿੰਦੇ ਜੋ ਡਰ ਗਿਆ। ਹੁਣ ਅੱਜ ਉਹੀ ਗੱਲ ਹੈ
ਸਾਹਮਣੇ ਤੇ ਕੋਈ ਐਂਬੂਲੈਂਸ ਵੀ ਲੰਘ ਜਾਂਦੀ ਹੈ ਨਾ, ਹਾਏ ਉਹ ਕਰੋਨਾ ਵਾਲਾ ਗਿਆ, ਮੈਨੂੰ ਨਾ ਹੋ ਜਾਵੇ ਕਿਤੇ। ਸਮਝ ਰਹੇ ਹੋ ਕਿ ਨਹੀਂ? ਅੱਜ ਕੀ ਹੈ, ਬੇਸ਼ੱਕ ਉਹ ਰੱਸੀ ਹੈ, ਪਰ ਉਹਨੂੰ ਸੱਪ ਸਮਝ ਕੇ ਅਸੀਂ ਇੰਨਾ ਡਰ ਜਾਂਦੇ ਆ, ਉਹ ਡਰ ਹੀ ਸਾਡੀ ਜਾਨ ਲੈ ਲੈਂਦਾ ਹੈ। ਤਾਂ ਦੋਸ਼ ਕਿਹਨੂੰ ਦਿੰਦੇ ਆ? ਆ ਕਰੋਨੇ ਨੇ ਕਿੰਨੇ ਬੰਦੇ ਮਾਰਤੇ। ਜ਼ਰਾ ਸਮਝੋ ਇੱਥੇ ਕੀ ਹੈ, ਡਰ। ਤਾਂ ਜਿਹੜੇ ਸਟਰੋਂਗ ਹੈ ਨਾ, ਆਪਣੇ ਮਾਲਿਕ ਤੇ ਵਿਸ਼ਵਾਸ ਕਰਨ ਵਾਲੇ, ਯਕੀਨ ਕਰਨ ਵਾਲੇ, ਅੰਦਰੋਂ ਮਜ਼ਬੂਤ ਹੈ, ਤਾਂ ਅੰਦਰੋਂ ਜਿਹੜੇ ਸਟਰੋਂਗ ਹੈ, ਮਜ਼ਬੂਤ ਹੈ, ਉਹ ਡਰਦੇ ਨਹੀਂ। ਉਹ ਕਹਿੰਦੇ ਜਦੋਂ ਮੌਤ ਆਏਗੀ ਦੇਖੀ ਜਾਏਗੀ, ਮਰਨਾ ਤਾਂ ਇੱਕ ਦਿਨ ਹੈ, ਪਰ ਮਰਨ ਤੋਂ ਪਹਿਲਾਂ ਡਰਨਾ ਕੀ, ਚਿੰਤਾ ਕੀ ਕਰਨੀ। ਔਰ ਜਿਹੜਾ ਨਿਡਰ ਰਹਿੰਦਾ ਫਿਰ ਮੌਤ ਜਲਦੀ ਲਾਗੇ ਵੀ ਨਹੀਂ ਆਉਂਦੀ ਉਹਦੇ। ਸਮਝਦੇ ਹੋ ਕਿ ਨਹੀਂ? ਇਸ ਲਈ ਮੌਤ ਵੀ ਦੇਖਦੀ ਰਹਿੰਦੀ ਹੈ। ਜਿੱਦਾਂ ਕਹਿੰਦੇ ਨਾ, ਸ਼ੇਰ ਵੀ ਜਦੋਂ ਸ਼ਿਕਾਰ ਕਰਦਾ ਨਾ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।